I am going to give you a summary of the poem Keeping Quiet. ਸਭ ਨੂੰ ਪਹਿਲਾਂ ਮੈਂ ਸਮਰੀ ਦਿੰਦੀ ਹਾਂ ਅਤੇ ਫਿਰ ਬਾਅਦ ਵਿੱਚ ਆਪਾਂ ਇੰਪੋਰਟੈਂਟ ਕੁਐਸਚਨ ਆਨਸਰ ਕਰਾਂਗੇ। ਸਮਰੀ ਦੇ ਵਿੱਚ ਪੋਇਮ ਦੇ ਵਿੱਚ ਜਿਹੜਾ ਪੋਇਟ ਆ ਉਹ ਕਹਿੰਦਾ ਵੀ ਸਾਇਲੈਂਸ ਉਹਦੀ ਕਿੰਨੀ ਇੰਪੋਰਟੈਂਸ ਆ ਸਾਡੀ ਲਾਈਫ ਦੇ ਵਿੱਚ। ਇਸ ਸਮੇਂ ਦੌਰਾਨ ਜਦੋਂ ਸਾਇਲੈਂਸ ਹੁੰਦੀ ਹੈ ਅਸੀਂ ਆਪਣੇ ਬਾਰੇ ਸੋਚ ਸਕਦੇ ਹਾਂ, ਅਸੀਂ ਇਹ ਸੋਚ ਸਕਦੇ ਹਾਂ ਵੀ ਅਸੀਂ ਕਿੱਦਾਂ ਦੇ ਹਿਊਮਨ ਬੀਇੰਗ ਆ, ਇਹ ਸਾਰਾ ਕੁਝ ਸੋਚ ਸਕਦੇ ਹਾਂ। ਪੋਇਟ ਇਹਦੇ ਵਿੱਚ ਸਾਨੂੰ ਨਾ ਇੱਕ ਟਾਈਮ ਸਥਿਰ ਰਹਿਣ ਦੇ ਲਈ ਕਹਿੰਦਾ ਵੀ ਤੁਸੀਂ ਨਾ ਸਥਿਰ ਰਹਿਣਾ, ਜਿਵੇਂ ਜੇ ਤੁਸੀਂ ਬੈਠੇ ਹੋ ਤਾਂ ਤੁਸੀਂ ਬੈਠੇ ਰਹਿਣਾ, ਜੇ ਤੁਸੀਂ ਖੜੇ ਹੋ ਤਾਂ ਤੁਸੀਂ ਖੜੇ ਰਹਿਣਾ। ਅਤੇ ਇਹ ਕਹਿ ਕੇ ਉਹ ਕਹਿੰਦਾ ਵੀ ਤੁਸੀਂ 12 ਤੱਕ ਗਿਣਨਾ ਆ, ਇਸ ਦੌਰਾਨ ਕੋਈ ਵੀ ਲੈਂਗੁਏਜ ਨਹੀਂ ਬੋਲਣੀ, ਕੁਛ ਵੀ ਨਹੀਂ ਬੋਲਣਾ ਤੁਸੀਂ। ਵੀ ਉਹ ਕਹਿੰਦਾ ਇਹ ਉਹ ਪਲ ਹੋਊਗਾ ਜਦੋਂ ਸਾਰੇ ਪਾਸੇ ਕੀ ਹੈ ਚੁੱਪ ਹੋ ਜਾਊਗੀ, ਇਹ ਸਮਾਂ ਵੀ ਆ ਖੜ੍ਹ ਜੂਗਾ। ਇਸ ਸਮੇਂ ਦੌਰਾਨ ਕੋਈ ਵੀ ਕੁਦਰਤ ਨੂੰ ਨੁਕਸਾਨ ਨਹੀਂ ਪਹੁੰਚਾਊਗਾ। ਜਿਹੜੇ ਫਿਸ਼ਰਮੈਨ ਨੇ ਉਹ ਆਪਣੀਆਂ ਜਿਹੜੀਆਂ ਫਿਸ਼ਿੰਗ ਦਾ ਕੰਮ ਕਰਦੇ ਨੇ, ਮੱਛੀਆਂ ਵਗੈਰਾ ਫੜਦੇ ਨੇ, ਇਨਵਾਇਰਮੈਂਟ ਨੂੰ ਖ਼ਰਾਬ ਕਰ ਰਹੇ ਨੇ ਮੱਛੀਆਂ ਫੜ ਕੇ ਆਪਣੇ ਲਈ, ਤਾਂ ਉਹ ਕੀ ਆ ਉਹ ਵੀ ਫੜਨੀਆਂ ਬੰਦ ਕਰ ਦੇਣਗੇ ਅਤੇ ਕੋਈ ਵੀ ਯੁੱਧ ਨਹੀਂ ਹੋਊਗਾ। ਜਿਵੇਂ ਕੋਈ ਵਾਰਸ ਵਗੈਰਾ ਹੁੰਦੀਆਂ ਨੇ ਉਹ ਸਮਾਂ ਮਤਲਬ ਕਿ ਮੰਨ ਲਓ ਸਮੇਂ ਦੇ ਵਿੱਚ ਬਹੁਤ ਸਾਰੀਆਂ 1 ਸੈਕਿੰਡ 1 ਮਿੰਟ ਦੇ ਵਿੱਚ ਬਹੁਤ ਕੁਛ ਹੋ ਜਾਂਦਾ ਹੈ, ਬਹੁਤ ਸਾਰੀਆਂ ਵਾਰਸ ਵੀ ਹੋ ਸਕਦੀਆਂ ਨੇ, ਬਹੁਤ ਸਾਰਾ ਪੋਲਿਊਸ਼ਨ ਹੁੰਦਾ ਵੀ। ਇਹ ਸਾਰਾ ਕੁਛ ਉਹ ਸਮੇਂ ਦੇ ਵਿੱਚ ਜਦੋਂ 12 ਤੱਕ ਗਿਣੂਗਾ ਤਾਂ ਸਭ ਕੁਛ ਖੜ੍ਹ ਜੂਗਾ, ਕੋਈ ਯੁੱਧ ਨਹੀਂ ਹੋਊਗਾ, ਕੁਛ ਨਹੀਂ ਹੋਊਗਾ। ਅਤੇ ਜਿਹੜੀਆਂ ਸਾਰੀਆਂ ਬ੍ਰਦਰਹੁੱਡ ਸਾਰੇ ਲੋਕਾਂ ਨੇ ਉਹਨਾਂ ਵਿੱਚ ਬ੍ਰਦਰਹੁੱਡ ਦੀ ਭਾਵਨਾ ਆ ਜਾਊਗੀ। ਉਸ ਸਮੇਂ ਵਿੱਚ ਪੋਇਟ ਕਹਿੰਦਾ ਕਿ ਸਾਨੂੰ ਆਪਣੀ ਲਾਈਫ ਨੂੰ ਡੈਥ ਦੇ ਨਾਲ ਐਸੋਸੀਏਟ ਨਹੀਂ ਕਰਨਾ ਚਾਹੀਦਾ। ਸਾਨੂੰ ਵੀ ਮਤਲਬ ਕਿ ਜਿਹੜਾ ਹੁਣ ਦਾ ਟਾਈਮ ਆ ਉਹ ਵਿਅਰਥ ਨਹੀਂ ਕਰਨਾ ਚਾਹੀਦਾ ਡੈਥ ਦੇ ਬਾਰੇ ਸੋਚ ਕੇ। ਐਂਡ ਵਿੱਚ ਸਾਨੂੰ ਪੋਇਟ ਕਹਿੰਦਾ ਤੁਸੀਂ 12 ਤੱਕ ਹੁਣ ਕਾਊਂਟ ਕਰੋ, ਅਤੇ ਉੱਥੋਂ ਦੇ ਵਿੱਚ ਜਦੋਂ ਇਹ ਇੰਨੀ ਗੱਲ ਕਹਿ ਕੇ ਫਿਰ ਉਹ ਉੱਥੋਂ ਚਲਿਆ ਜਾਂਦਾ। ਦੈਟਸ ਅ ਐਂਡ ਆਫ ਯਰ ਸਮਰੀ ਆਫ ਦਾ ਪੋਇਮ। ਨੈਕਸਟ ਵੀ ਹੈਵ ਅ ਕੁਐਸਚਨ ਨੇ ਸਾਡੇ ਕੋਲ। Those who prepare green war with gas, war with fire, victory with no surveyors, would put on clean clothes and walk about their brothers in the shade doing nothing। ਇਹਦੇ ਵਿੱਚ ਜਿਹੜਾ ਫਸਟ ਕੁਐਸਚਨ ਆ, what are kind of wars mentioned, ਕਿੱਦਾਂ ਦੀਆਂ ਜਿਹੜੀਆਂ ਯੁੱਧ ਨੇ, ਕਿੱਦਾਂ ਦੇ ਯੁੱਧ ਨੇ ਉਹਨਾਂ ਦੀ ਗੱਲ ਕੀਤੀ ਗਈ ਆ। ਇਹਦੇ ਵਿੱਚ ਗ੍ਰੀਨ ਵਾਰਸ ਦੀ ਗੱਲ ਕੀਤੀ ਗਈ ਆ, ਵਾਰ ਵਿਦ ਦਾ ਗੈਸ, ਵਾਰ ਵਿਦ ਦਾ ਫਾਇਰ ਐਂਡ ਮੈਂਸ਼ਨ ਹੀਅਰ। ਕਹਿੰਦੇ ਇੱਦਾਂ ਦੀਆਂ ਯੁੱਧ ਦੀ ਗੱਲ ਕੀਤੀ ਹੈ ਜਿਵੇਂ ਗ੍ਰੀਨ ਦੇ ਨਾਲ ਮਤਲਬ ਕਿ ਇਨਵਾਇਰਮੈਂਟ ਦੇ ਨਾਲ ਸਾਡਾ ਯੁੱਧ ਹੈ, ਅਸੀਂ ਉਹਨੂੰ ਖਰਾਬ ਕਰਨ 'ਤੇ ਤੁਲੇ ਹੋਈਏ। ਠੀਕ ਆ। ਵਾਰ ਵਿਦ ਦਾ ਗੈਸ ਅਸੀਂ ਇਨਵਾਇਰਮੈਂਟ ਪੋਲਿਊਟ ਕਰਦੇ ਹਾਂ। ਵਾਰ ਵਿਦ ਦਾ ਫਾਇਰ ਅੱਗ ਵਗੈਰਾ ਚਲਾਉਂਦੇ ਹਾਂ, ਮਤਲਬ ਕਿ ਅੱਗ ਦੇ ਨਾਲ ਪੋਲਿਊਸ਼ਨ ਵਗੈਰਾ ਫੈਲਦਾ ਵੀ, ਜਾਂ ਫਿਰ ਬੰਬ ਵਗੈਰਾ ਜਿਹੜੇ ਨੇ ਬਲਾਸਟ ਕੀਤੇ ਜਾਂਦੇ ਨੇ, ਉਹਨਾਂ ਦੀ ਗੱਲ ਕੀਤੀ ਆ। ਵਾਟ ਆਰ ਗ੍ਰੀਨ ਵਾਰ ਦਾ ਮਤਲਬ ਕੀ ਹੈ ਇੱਥੇ? ਵਾਰ ਅਗੇਂਸਟ ਨੇਚਰ। ਕਹਿੰਦੇ ਵਾਰ ਆ ਜਿਹੜੀ ਕਿਹਦੇ ਦੇ ਅਗੇਂਸਟ ਕਰ ਰਹੇ ਹਾਂ ਅਸੀਂ? ਨੇਚਰ ਦੇ ਅਗੇਂਸਟ ਕਰ ਰਹੇ ਹਾਂ, ਇਨਵਾਇਰਮੈਂਟ ਨੂੰ ਪੋਲਿਊਟ ਕਰਕੇ, ਕਾਜ਼ਿੰਗ ਇਨਵਾਇਰਮੈਂਟਲ ਡੀਗ੍ਰੇਡੇਸ਼ਨ ਐਂਡ ਗ੍ਰੀਨ ਵਾਰਸ। ਨੈਕਸਟ ਆ ਐਕਸਪਲੇਨ ਵਿਕਟਰੀ ਵਿਦ ਨੋ ਸਰਵੀਅਰਸ। ਕਹਿੰਦੇ ਵਿਕਟਰੀ ਦਾ ਮਤਲਬ ਕੀ ਹੈ ਇੱਥੇ? ਸਰਵੀਅਰ ਵਿਕਟਰੀ ਦਾ ਮਤਲਬ ਹੁੰਦਾ ਆ ਮਤਲਬ ਕਿ ਇੱਕ ਜਿੱਤਣਾ। ਠੀਕ ਆ। ਬਿਨਾਂ ਕਿਸੇ ਬਿਨਾਂ ਕਿਸੇ ਯੋਧਿਆਂ ਤੋਂ ਕਿਵੇਂ ਅਸੀਂ ਹਾਸਲ ਕਰਦੇ ਹਾਂ। ਅਨਦਰ ਵਾਰ ਵਿਲ ਡਿਸਟਰੋਏ ਆਲ ਲਾਈਫ। ਕਹਿੰਦੇ ਜੇ ਇੱਕ ਹੋਰ ਯੁੱਧ ਹੋਇਆ ਤਾਂ ਉਹਦੇ ਨਾਲ ਜਿਹੜੀ ਸਾਰੀ ਜ਼ਿੰਦਗੀ ਆ ਉਹ ਤਬਾਹ ਹੋ ਜੂਗੀ, ਸਾਰੀ ਲਾਈਫ ਆ ਤਬਾਹ ਹੋ। ਦੇਅਰ ਵਿਲ ਬੀ ਨੋ ਸਰਵੀਅਰ ਟੂ ਇੰਜੋਏ ਦਾ ਵਿਕਟਰੀ। ਕਹਿੰਦੇ ਕੋਈ ਵੀ ਯੋਧਾ ਨਹੀਂ ਬਚੂਗਾ ਵੀ ਜਿਹੜਾ ਆਪਦੀ ਜਿੱਤ ਨੂੰ ਮਾਣ ਸਕੇ। ਵੀ ਜੇ ਹੁਣ ਮੰਨ ਲਓ ਇੱਕ ਪਰਸਨ ਆ ਕਿਸੇ 'ਤੇ ਅਟੈਕ ਕਰਦਾ ਤਾਂ ਦੂਜਾ ਪਰਸਨ ਉਹ ਤੋਂ ਜ਼ਿਆਦਾ ਪਾਵਰਫੁਲ ਹੋ ਕੇ ਉਹ 'ਤੇ ਅਟੈਕ ਕਰੂਗਾ, ਵੀ ਕੋਈ ਯੋਧਾ ਰਹੂਗਾ ਹੀ ਨਹੀਂ, ਬਚੂਗਾ ਹੀ ਨਹੀਂ ਹੈਗਾ। ਤਾਂ ਉਹ ਜਿਹੜੀ ਵਿਕਟਰੀ ਆ ਮਤਲਬ ਕਿ ਆਪਣੇ ਯੁੱਧ ਦਾ ਜਸ਼ਨ ਆ ਉਹ ਕਿਹਦੇ ਨਾਲ ਮਨਾਉਣਗੇ? ਵਟ ਕੁਡ ਬੀ ਦਾ ਆਈਡੀਅਲ ਸਿਚੁਏਸ਼ਨ। ਸਹੀ ਸਿਚੁਏਸ਼ਨ ਕੀ ਹੋਣੀ ਚਾਹੀਦੀ ਹੈ ਇਹਦੇ ਲਈ? ਹੈਪੀ ਪੀਪਲ ਵਾਕਿੰਗ ਇਨ ਹੈਂਡ ਅੰਡਰ ਸ਼ੈਡੀ ਟਰੀ ਡੂਇੰਗ ਨਥਿੰਗ ਵੁੱਡ ਬੀ ਦਾ ਆਈਡੀਅਲ ਸਿਚੁਏਸ਼ਨ। ਕਹਿੰਦੇ ਲੋਕ ਨੇ ਕਿਹੜੇ ਉਹ ਕੀ ਹੋਣੇ ਚਾਹੀਦੇ ਨੇ? ਉਹ ਖੁਸ਼ ਹੋਣੇ ਚਾਹੀਦੇ ਨੇ। ਵਾਕਿੰਗ ਇਨ ਅ ਹੈਂਡ, ਉਹ ਇੱਕ ਦੂਜੇ ਦੇ ਹੱਥ ਵਿੱਚ ਹੱਥ ਫੜ ਕੇ ਤੁਰਦੇ ਹੋਣੇ ਚਾਹੀਦੇ। ਅੰਡਰ ਸ਼ੇਡੀ ਟਰੀਜ਼, ਕਹਿੰਦੇ ਕਿੱਥੇ ਬੈਠੇ ਹੋਣੇ ਚਾਹੀਦੇ ਨੇ? ਸ਼ੇਡੀ ਟਰੀਜ਼ ਦੇ ਅੰਡਰ। ਡੂਇੰਗ ਨਥਿੰਗ, ਕੁਛ ਨਹੀਂ ਕਰਦੇ ਹੋਣੇ ਚਾਹੀਦੇ। ਵੁੱਡ ਬੀ ਦਾ ਆਈਡੀਅਲ, ਇਹ ਸਹੀ ਸਿਚੁਏਸ਼ਨ ਹੋਣੀ ਚਾਹੀਦੀ ਹੈ, ਇਹ ਹੋਣਾ ਚਾਹੀਦਾ, ਇਹਨੂੰ ਲਾਈਫ ਕਹਿੰਦੇ ਆ। ਨੈਕਸਟ ਕੁਐਸਚਨ ਆ, ਵਟ ਡਜ਼ ਦਾ ਪੋਇਟ ਮੀਨ ਬਾਏ ਦਾ ਇਨਐਕਟੀਵਿਟੀ। ਕਹਿੰਦੇ ਪੋਇਮ ਜਿਹੜਾ ਪੋਇਟ ਆ ਉਹਦਾ ਕਹਿਣ ਦਾ ਮਤਲਬ ਕੀ ਹੈ? ਇਨਐਕਟੀਵਿਟੀ, ਵੀ ਕੋਈ ਵੀ ਕੁਛ ਵੀ ਨਾ ਹੋਵੇ, ਕੋਈ ਐਕਟੀਵਿਟੀ ਨਾ ਕਰੀਏ, ਕੋਈ ਕੰਮ ਨਾ ਕਰੀਏ ਆਪਾਂ, ਉਹਦਾ ਕੀ ਮਤਲਬ ਆ? ਦਾ ਪੋਇਟ ਸੁਜੈਸਟ ਆ ਕਾਮ। ਪੋਇਟ ਸਾਨੂੰ ਸੁਜੈਸ਼ਨ ਦਿੰਦਾ ਕਾਮ ਰਹਿਣ ਦੇ ਲਈ, ਸ਼ਾਂਤ ਰਹਿਣ ਦੇ ਲਈ, ਪੀਸਫੁਲ ਰਹਿਣ ਦੇ ਲਈ। ਮੂਵਮੈਂਟ ਆਫ ਇੰਸਟ੍ਰੋਵੇਸ਼ਨ ਦਾ ਮੂਵਮੈਂਟ ਉਹ ਹੁੰਦੀ ਆ ਜਦੋਂ ਅਸੀਂ ਇਕੱਲੇ ਹੋਈਏ ਮਤਲਬ ਕਿ ਕੁਛ ਨਾ ਕੋਈ ਐਕਟੀਵਿਟੀ ਨਾ ਹੋਵੇ। ਦੇਅਰ ਸ਼ੁੱਡ ਬੀ ਅ ਟੋਟਲੀ ਕੇਅਰ ਫਰੀ, ਅਸੀਂ ਬਿਨਾਂ ਕਿਸੇ ਚਿੰਤਾ ਤੋਂ ਵਰੀ ਤੋਂ ਮੁਕਤ ਹੋਈਏ, ਅਸੀਂ ਬਿਜ਼ੀ ਨਾ ਹੋਈਏ। ਦੇਅਰ ਇਜ਼ ਇਨਐਕਟੀਵਿਟੀ ਡਿਫਰੈਂਟ ਫਰੋਮ ਡੈਥ। ਕਹਿੰਦੇ ਜਿਹੜੀ ਇਨਐਕਟੀਵਿਟੀ ਆ ਉਹ ਡੈਥ ਤੋਂ ਕਿੱਦਾਂ ਡਿਫਰੈਂਟ ਆ? ਦਾ ਪੋਇਟ ਡਿਸਕ੍ਰਾਈਬ ਇਨਐਕਟੀਵਿਟੀ ਐਜ਼ ਅ ਮੂਵਮੈਂਟ ਆਫ ਪੀਸ। ਕਹਿੰਦੇ ਜੇ ਹੁਣ ਮੰਨ ਲਓ ਵੀ ਆਪਾਂ ਕੁਛ ਸੋਚ ਨਹੀਂ ਰਹੇ, ਜੇ ਅਸੀਂ ਬੈਠੇ ਹਾਂ ਤਾਂ ਸਾਨੂੰ ਚਿੰਤਾਵਾਂ ਖਾਣਗੀਆਂ, ਸਾਨੂੰ ਮਾਰਨ ਦਾ ਡਰ ਸਤਾਊਗਾ। ਜੇ ਕੋਈ ਐਕਟੀਵਿਟੀ ਹੋਊਗੀ ਨਹੀਂ ਤਾਂ ਸਾਨੂੰ ਕੋਈ ਮਾਰਨ ਦਾ ਕੋਈ ਡਰ ਹੀ ਨਹੀਂ, ਜਦੋਂ ਸਮਾਂ ਹੀ ਖੜ੍ਹ ਗਿਆ।
ਵੇਅਰ ਦਾ ਡੈਥ ਇਜ਼ ਐਂਡ ਆਫ ਦਾ ਲਾਈਫ। ਪਰ ਜਿਹੜਾ ਉਹ ਕਹਿੰਦਾ ਪੋਇਟ ਆ, ਉਹ ਕਹਿੰਦਾ ਡੈਥ ਆ ਜਿਹੜੀ ਉਹ ਕੀ ਆ, ਲਾਈਫ ਦਾ ਐਂਡ ਹੁੰਦੀ ਆ, ਵੀ ਉਹ ਤਾਂ ਆਉਣੀ ਆਉਣੀ ਆ ਸਾਰਿਆਂ ਨੂੰ। ਵਟ ਡਜ਼ ਦਾ ਪੋਇਟ ਮੀਨ ਟੂ ਹੈਵ ਨੋ ਟਰੱਕ ਵਿਦ ਦਾ ਡੈਥ। ਕਹਿੰਦੇ ਜਿਹੜਾ ਪੋਇਟ ਆ ਉਹਦਾ ਮਤਲਬ ਕੀ ਆ, ਟੂ ਹੈਵ ਨੋ ਟਰੱਕ ਵਿਦ ਦਾ ਡੈਥ ਦਾ ਕੀ ਮਤਲਬ ਆ। ਦਾ ਪੋਇਟ ਵਾਂਟ ਅ ਸੇਫ ਐਗਜ਼ਿਸਟੈਂਟ ਵਿਦ ਦਾ ਪੋਸੀਬਲ ਓਨਲੀ ਇਫ ਅ ਮੈਨ ਅੰਡਰਸਟੈਂਡ ਦਾ ਬੇਸਿਕ ਟਰੁੱਥ ਆਫ ਪੀਸਫੁਲ ਕੋਐਗਜ਼ਿਸਟੈਂਸ ਆਫ ਮੈਨ ਐਂਡ ਨੇਚਰ। ਕਹਿੰਦੇ ਜਿਹੜਾ ਪੋਇਟ ਆ ਉਹਦੀ ਐਗਜ਼ਿਸਟੈਂਸ ਮਤਲਬ ਕਿ ਉਹਦੀ ਹੁਣ ਤਾਂ ਹੀ ਸੇਫ ਰਹੂਗੀ ਜੇ ਉਹ ਕੀ ਕਰੂਗਾ, ਜੇ ਉਹ ਸੱਚਾਈ ਦਾ ਸਾਥ ਦਊਗਾ, ਪੀਸਫੁਲ ਸ਼ਾਂਤ ਵਿੱਚ ਰਹੂਗਾ, ਅਤੇ ਕੋਐਗਜ਼ਿਸਟੈਂਸ ਮਤਲਬ ਕਿ ਦੂਜੇ ਵਿਅਕਤੀ ਆ ਜਿਹੜੇ ਉਹਨਾਂ ਨਾਲ ਮਿੱਤਰਤਾ ਦੀ ਭਾਵਨਾ ਰੱਖੂਗਾ। ਵਟ ਵਰ ਦਾ ਸਿੰਗਲ ਮਾਈਂਡਡ ਅਬਾਊਟ। ਸਿੰਗਲ ਮਾਈਂਡਡ ਦਾ ਕੀ ਮਤਲਬ ਆ, ਵੀ ਆਰ ਸਿੰਗਲ ਮਾਈਂਡਡ ਐਜ਼ ਵੀ ਥਿੰਕ ਓਨਲੀ ਅਬਾਊਟ ਕੀਪਿੰਗ ਆਰ ਮੂਵਿੰਗ। ਕਹਿੰਦੇ ਅਸੀਂ ਸਿੰਗਲ ਮਾਈਂਡਡ ਪਰਸਨ ਆ, ਅਸੀਂ ਕੀ ਸੋਚਦੇ ਹਾਂ ਵੀ ਅਸੀਂ ਚੱਲੀ ਜਾਣਾ, ਕੁਛ ਨਾ ਕੁਛ ਸੋਚਦੇ ਰਹਿੰਦੇ, ਸਾਡੇ ਦਿਮਾਗ 'ਚ ਕੁਛ ਨਾ ਕੁਛ ਚੱਲਦਾ ਰਹਿੰਦਾ। ਇਹ ਅਚੀਵਿੰਗ ਪ੍ਰੋਗਰਾਮ ਦੈਟ ਇਜ਼ ਮੀਨਿੰਗਲੈਸ। ਕਹਿੰਦੇ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਮੀਨਿੰਗਲੈਸ ਨੇ, ਵੀ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਸਾਡੀ ਲਾਈਫ ਦੇ ਵਿੱਚ। ਸੋ ਦੀਜ਼ ਆਰ ਯੂਰ ਇੰਪੋਰਟੈਂਟ ਕੁਐਸਚਨ ਆਨਸਰ ਐਂਡ ਦਾ ਸਮਰੀ ਆਫ ਦਿਸ ਪੋਇਮ।